ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सन्मानयोग गुरु चरणों विच जुड़ बैठे रब रूप गुरमुख सत्संगी जन, सतगुरु जी की बख्शिश महरामत का सदका गुरु दर ते जुड़न का सुभाग समा नसीब होया। सतगुरु जी की इलाही अमृतमय बाणी का कीर्तन गुरु के प्यारे कीर्तनियों पासों आप जी ने सरवण किया। गुरु दर ते जुड़ के गुरु की बाणी द्वारा वाहिगुरु नाल जुड़न का सांझ पाउण का निमाणा जिहा उपराला यतन कर रहे हैं। सतगुरु रहमत करके करदियां समझाउंदे ने कि जिस मार्ग का बंदे नूं जरा भी ज्ञान नहीं है, जिस गल बारे सानू पता ही नहीं, उस बारे असीं सोचां जां विचारांगे कि असीं लोग सिर्फ उस गल बारे सोच सकते हैं, विचार सकते हैं जिहदा सानू पता होवे। जिहदा पता ही नहीं उहदे बारे की विचार करांगे। तुसीं इस नूं जाणो, असीं जदों किसी गल दे संबंध विच कुछ डिस्कस करदे हां अपने परिवार नाल, अपने किसी मित्र सज्जन नाल, जां इकल्ले बैठ के अपने आप नाल, तां असीं उस गल दे ही उत्ते विचार करदे हां जिहदे संबंध विच थोड़ी बहुत सानू जानकारी है। उस तो बिना असीं विचार नहीं कर सकांगे, उस तो बिना असीं कुछ भी दस नहीं सकांगे, विचार नहीं सकांगे, सोच नहीं सकांगे, क्योंकि साडी सोच दा, साडी समझ दा दायरा सीमित है, बहुत सीमित। जिस बारे असीं ना जानदे होइए उस बारे सानू जो जानकारी दिंदा है ਉਹਦਾ नाम गुरु है। गुरु सानू वो रहस दसदा है जिहदे बारे सिर्फ असीं लोकां ने गल्लां सुणियां ने, जिहदे संबंध विच असीं सिर्फ सुणिया होया है जां किते किसी धर्म ग्रंथ विचों पढ़िया होया है। बस गुरु उस बारे दसदा है ते उहदा अनुभव सानू दिंदा है। जो साडी सोच ते साडी समझ तो परे हुंदा है, गुरु वो वरता दिंदा है। इसलिए अज दे इस शब्द अंदर गुरु अर्जन देव महाराज सोझी दिंदे समझाउंदे ने। सतगुरु कहंदे मैं गुरु तो बलिहार जांदा वां, मैं गुरु तो सदके जांदा वां। एक बारी नहीं, हज़ारां बारी, हज़ारां बारी, क्योंकि गुरु ने मैनू सोझी बख्शी है, गुरु ने मैनू राह विखाया है। इसलिए राह विखाउण वाला, उस राह ते तोरन वाला, उंगली फड़ के तुरना सिखाउण वाला सतगुरु, उहदे तो मैं सदके जांदा वां, उहदे तो मैं बलिहार जांदा वां। इसलिए उपासक, जिग्यासू, गुरसिख वो गुरु नूं परमेश्वर जैसा जानदा है। परमेश्वर तो महान है ही,
ਉਹਦੀ ਮਹਾਨਤਾ ਦਾ ਤਾਂ ਕੋਈ ਅੰਤ ਹੀ ਨਹੀਂ ਹੈ, ਪਰ ਉਸ ਮਹਾਨ ਪ੍ਰਮਾਤਮਾ ਦੇ ਬਾਰੇ ਵਿੱਚ ਸੋਝੀ ਦੇਣ ਵਾਲਾ ਸਤਿਗੁਰੂ ਵੀ ਮਹਾਨ ਹੈ, ਜਿਹੜਾ ਉਹਦੇ ਬਾਰੇ ਸੋਝੀ ਦਿੰਦਾ ਹੈ, ਜਿਹੜਾ ਉਹਦੇ ਬਾਰੇ ਸਾਨੂੰ ਗਿਆਨ ਕਰਾਉਂਦਾ ਹੈ। ਗੁਰੂ ਦੇ ਸੋਝੀ ਦੇਣ ਅਤੇ ਕਿਸੇ ਆਮ ਬੰਦੇ ਦੇ ਦੱਸਣ ਵਿੱਚ ਜਾਂ ਕਿਸੇ ਆਮ ਬੰਦੇ ਕੋਲੋਂ ਸੁਣਨ ਜਾਂ ਪੜ੍ਹਨ ਵਿੱਚ ਬੜਾ ਅੰਤਰ ਹੁੰਦਾ ਹੈ। ਗੁਰੂ ਨੇ ਉਸ ਨੂੰ ਜਾਣਿਆ ਹੈ, ਗੁਰੂ ਉਹਦੇ ਵਿੱਚ ਇੱਕਮਿਕ ਹੋ ਗਿਆ, ਗੁਰੂ ਪਰਮਾਤਮਾ ਦਾ ਰੂਪ ਹੋ ਗਿਆ ਹੈ। ਇਸ ਲਈ ਅਸੀਂ ਗੁਰੂ ਨੂੰ ਪਰਮੇਸ਼ਰ ਦਾ ਰੂਪ ਕਰਕੇ ਕਹਿੰਦੇ ਹਾਂ, ਗੁਰੂ ਨੂੰ ਪਰਮੇਸ਼ਰ ਹੀ ਕਹਿੰਦੇ ਹਾਂ ਕਿ ਗੁਰ ਪਰਮੇਸ਼ਰ ਇੱਕ ਹੋ ਜਾਣ, ਗੁਰੂ ਅਤੇ ਪਰਮਾਤਮਾ ਨੂੰ ਇੱਕ ਕਰਕੇ ਜਾਣ, ਕਿਉਂਕਿ ਉਹਨਾਂ ਵਿੱਚ ਕੋਈ ਭਿੰਨ ਭੇਦ ਨਹੀਂ ਹੈ, ਉਹਨਾਂ ਵਿੱਚ ਕੋਈ ਅੰਤਰ ਨਹੀਂ। ਜਦੋਂ ਗੁਰੂ ਅੰਗਦ ਸਾਹਿਬ ਗੁਰੂ ਬਣ ਗਏ, ਭਾਈ ਲਹਿਣਾ ਜਦੋਂ ਗੁਰੂ ਨਾਨਕ ਦਾ ਰੂਪ ਹੋ ਗਏ, ਗੁਰੂ ਅੰਗਦ ਹੋ ਗਏ, ਤਾਂ ਲੋਕਾਂ ਨੇ ਪੁੱਛਿਆ ਭਾਈ ਲਹਿਣੇ ਨੂੰ, ਗੁਰੂ ਅੰਗਦ ਸਾਹਿਬ ਨੂੰ, ਕਿ ਤੁਸੀਂ ਗੁਰੂ ਨਾਨਕ ਸਾਹਿਬ ਨੂੰ ਕਿਵੇਂ ਜਾਣਿਆ, ਕਿਵੇਂ ਵੇਖਿਆ ਉਹਨਾਂ ਨੂੰ? ਤਾਂ ਗੁਰੂ ਅੰਗਦ ਸਾਹਿਬ ਨੇ ਆਖਿਆ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਸਿਰਫ ਗੁਰੂ ਕਰਕੇ ਨਹੀਂ ਜਾਣਿਆ, ਮੈਂ ਗੁਰੂ ਨਾਨਕ ਸਾਹਿਬ ਨੂੰ ਨਾਨਕ ਨਿਰੰਕਾਰੀ ਕਰਕੇ ਜਾਣਿਆ, ਕਿ ਨਾਨਕ ਉਸ ਨਿਰੰਕਾਰ ਦਾ ਹੀ ਰੂਪ ਨੇ। ਮੈਂ ਇਹ ਜਾਣਿਆ ਕਿ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਮੈਂ ਪ੍ਰਮਾਤਮਾ ਦੇ ਰੂਪ ਵਿੱਚ ਵੇਖਿਆ ਉਹਨਾਂ ਨੂੰ। ਮੈਨੂੰ ਗੁਰੂ ਨਾਨਕ ਨਹੀਂ ਨਜ਼ਰ ਆਏ, ਮੈਨੂੰ ਗੁਰੂ ਨਾਨਕ ਪਰਮੇਸ਼ਰ ਨਜ਼ਰ ਆਏ। ਗੁਰੂ ਪਰਮੇਸ਼ਰ ਹੀ ਹੈ। ਇਸ ਲਈ ਗੁਰੂ ਤੋਂ ਬਿਨਾਂ ਕੁਝ ਹੋਰ ਮਨ ਵਿੱਚ ਖਿਆਲ ਨਾ ਆਵੇ, ਗੁਰੂ ਤੋਂ ਬਿਨਾਂ ਕੁਝ ਹੋਰ ਦਿਸੇ ਨਾ, ਗੁਰੂ ਤੋਂ ਬਿਨਾਂ ਕੁਝ ਹੋਰ ਸੁਣੇ ਨਾ। ਜੇ ਸਾਡੀ ਬਿਰਤੀ, ਜੇ ਸਾਡਾ ਮਨ ਗੁਰੂ ਵਿੱਚ ਲੱਗਾ ਹੋਇਆ ਹੈ, ਤਾਂ ਤੁਸੀਂ ਹਰ ਸ਼ੈ ਵਿੱਚੋਂ ਗੁਰੂ ਨੂੰ ਦੇਖ ਲਵੋਗੇ, ਹਰ ਗੱਲ ਵਿੱਚੋਂ ਤੁਹਾਨੂੰ ਗੁਰੂ ਸੁਣ ਪਵੇਗਾ। ਗੱਲ ਇਹ ਹੈ ਕਿ ਸਾਡਾ ਮਨ ਕਿਸ ਚੀਜ਼ ਵਿੱਚ ਲੱਗਾ ਹੋਇਆ ਹੈ। ਜਿਸ ਬੰਦੇ ਦਾ ਮਨ ਖਾਣ ਪੀਣ ਵਿੱਚ ਲੱਗਾ ਹੈ, ਉਹਨੂੰ ਖਾਣ ਪੀਣ ਦੀਆਂ ਗੱਲਾਂ ਹੀ ਸੁਣਦੀਆਂ ਨੇ, ਦਿਖਾਈ ਦਿੰਦੀਆਂ ਨੇ, ਬਸ ਹੋਰ ਕੁਝ ਵੀ ਨਹੀਂ। ਉਹਨੂੰ ਖਾਣਾ ਪੀਣਾ ਹੀ ਨਜ਼ਰ ਆਉਂਦਾ ਹੈ, ਉਹਦੇ ਸੁਪਨੇ, ਉਹਦੇ ਖਿਆਲ, ਉਹਦੇ ਵਿਚਾਰ ਖਾਣ ਪੀਣ ਤੋਂ ਇਲਾਵਾ ਦੂਸਰੇ ਨਹੀਂ ਹੁੰਦੇ। ਜਿਹਦਾ ਮਨ ਵਾਸਨਾ ਵਿੱਚ ਲੱਗਾ ਹੈ, ਕਾਮ ਵਿੱਚ ਲੱਗਾ ਹੈ, ਉਸ ਬੰਦੇ ਨੂੰ ਕਾਮ ਤੋਂ ਬਿਨਾਂ ਹੋਰ ਕੁਛ ਨਹੀਂ ਦਿਖਾਈ ਦਿੰਦਾ, ਕੁਛ ਨਹੀਂ ਸੁਣਾਈ ਦਿੰਦਾ। ਉਹ ਹਰ ਇੱਕ ਦੇ ਵਿੱਚੋਂ ਆਪਣੀ ਵਾਸਨਾ ਨੂੰ ਹੀ ਦੇਖਦਾ ਫਿਰਦਾ ਹੈ, ਕਿਉਂਕਿ ਮਨ ਉੱਥੇ ਲੱਗਾ ਹੋਇਆ ਹੈ, ਮਨ ਉੱਥੇ ਜੁੜਿਆ ਹੈ। ਇਸ ਲਈ ਜਿਸ ਬੰਦੇ ਦਾ ਮਨ ਗੁਰੂ ਵਿੱਚ ਜੁੜਿਆ ਹੈ, ਜਿਹਦਾ ਮਨ ਗੁਰੂ ਵਿੱਚ ਲੱਗਾ ਹੈ, ਉਸ ਬੰਦੇ ਨੂੰ ਹਰ ਥਾਂ ਗੁਰੂ ਹੀ ਦਿਸਦਾ ਹੈ। ਉਹਨੂੰ ਹਰ ਥਾਂ, ਉਹਨੂੰ ਹੋਰ ਕੁਝ ਦਿਸਦਾ ਹੀ ਨਹੀਂ। ਜਿਵੇਂ ਭਾਈ ਕਨ੍ਹਈਏ ਨੂੰ ਸਿੱਖਾਂ ਅਤੇ ਮੁਸਲਮਾਨਾਂ ਵਿੱਚ ਦੋਨਾਂ ਵਿੱਚ ਗੁਰੂ ਦਿਸਦਾ, ਕਿਉਂਕਿ ਭਾਈ ਕਨ੍ਹਈਏ ਦਾ ਮਨ ਗੁਰੂ ਵਿੱਚ ਲੱਗਾ ਹੋਇਆ ਹੈ। ਇਸ ਲਈ ਦੁਸ਼ਮਣ ਕੋਈ ਨਜ਼ਰ ਨਹੀਂ ਆਉਂਦਾ, ਕੋਈ ਦੁਸ਼ਮਣ ਨਹੀਂ ਦਿਖਾਈ ਦਿੰਦਾ। ਭਾਈ ਕਨ੍ਹਈਏ ਦੇ ਕੋਲੋਂ ਪਾਣੀ ਪੀਣ ਵਾਲਾ, ਜੇ ਭਾਈ ਕਨ੍ਹਈਏ ਨੂੰ ਪੁੱਛੋ, ਉਹ ਕਹਿੰਦਾ ਮੇਰੇ ਕੋਲੋਂ ਜਿਹੜਾ ਪਾਣੀ ਪੀਂਦਾ ਹੈ, ਨਾ ਮੈਨੂੰ ਸਿੱਖ ਦਿਸਦਾ, ਨਾ ਮੈਨੂੰ ਮੁਸਲਮਾਨ ਦਿਸਦਾ, ਨਾ ਮੈਨੂੰ ਕੋਈ ਹਿੰਦੂ ਦਿਸਦਾ। ਕਿਉਂਕਿ ਜਿਹੜੀ ਫੌਜ ਨਾਲ ਸਿੱਖਾਂ ਦਾ ਮੁਕਾਬਲਾ ਹੋ ਰਿਹਾ ਹੈ, ਉਸ ਫੌਜ ਵਿੱਚ ਹਿੰਦੂ ਸਿਪਾਹੀ ਵੀ ਸ਼ਾਮਿਲ ਨੇ ਤੇ ਮੁਸਲਮਾਨ ਸਿਪਾਹੀ ਵੀ ਸ਼ਾਮਿਲ ਨੇ। ਮੁਗਲਾਂ ਤੇ ਪਹਾੜੀਆਂ ਦੀਆਂ ਸਾਂਝੀਆਂ ਫੌਜਾਂ ਨੇ। ਇਸ ਲਈ ਮੈਨੂੰ ਦੋਨਾਂ ਵਿੱਚ, ਤਿੰਨਾਂ ਵਿੱਚ ਸਿਰਫ ਇੱਕ ਨਜ਼ਰ ਆਉਂਦਾ ਹੈ, ਉਹ ਗੁਰੂ। ਬਸ ਮੇਰੀ ਦ੍ਰਿਸ਼ਟੀ ਵਿੱਚ ਸਿਰਫ ਗੁਰੂ ਹੈ।
ਜਦੋਂ ਗੁਰੂ ਵਿੱਚ ਸੁਰਤੀ ਜੁੜੀ ਹੈ ਤਾਂ ਤੁਹਾਨੂੰ ਦੁਸ਼ਮਣ ਵਿੱਚੋਂ ਵੀ ਗੁਰੂ ਦਿਸ ਪਵੇਗਾ। ਜੇ ਬਿਰਤੀ ਮਾਇਆ ਵਿੱਚ ਲੱਗੀ ਹੋਈ ਹੈ ਤਾਂ ਇਹ ਸੁਭਾਵਕ ਹੈ ਕਿ ਅਸੀਂ ਰੱਬ ਦਾ ਨਾਮ ਲੈਂਦੇ ਹਾਂ ਵੀ ਮਾਇਆ ਨੂੰ ਹੀ ਸੋਚਾਂ ਵਿਚਾਰਾਂਗੇ। ਬਿਰਤੀ ਲੱਗੀ ਹੋਈ ਹੈ ਕਾਮ ਕ੍ਰੋਧ ਵਿੱਚ ਤਾਂ ਰੱਬ ਦਾ ਨਾਮ ਲੈਂਦੇ ਹਾਂ, ਜਪ ਤਪ ਸਿਮਰਨ ਸਾਧਨਾ ਕਰਦੇ ਹਾਂ ਵੀ ਮਨ ਇਹਨਾਂ ਚੀਜ਼ਾਂ ਬਾਰੇ ਹੀ ਸੋਚੇਗਾ ਵਿਚਾਰੇਗਾ। ਇਸ ਲਈ ਸਾਡੇ ਮਨ ਦੇ ਜੋ ਭਾਵ ਨੇ ਉਹਨਾਂ ਉੱਤੇ ਹੀ ਸਭ ਕੁਝ ਨਿਰਭਰ ਕਰਦਾ ਹੈ। ਸਤਿਗੁਰੂ ਕਹਿੰਦੇ ਮੈਂ ਗੁਰੂ ਤੋਂ ਬਲਿਹਾਰ ਜਾਂਦਾ ਵਾਂ, ਮੈਂ ਗੁਰੂ ਤੋਂ ਸਦਕੇ ਜਾਂਦਾ ਵਾਂ, ਇੱਕ ਵਾਰੀ ਨਹੀਂ ਹਜ਼ਾਰਾਂ ਵਾਰੀ। ਸਤਿਗੁਰੂ ਕਹਿੰਦੇ ਨਾ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਸਦਾ ਵਾਰ, ਸਦਾ 100 ਵਾਰੀ ਮੈਂ ਸਦਕੇ ਜਾਵਾਂ ਗੁਰੂ ਦਾ। ਜਿਨ ਮਾਨਸ ਤੇ ਦੇਵਤੇ ਕੀਏ, ਜਿਹਨੇ ਮੈਨੂੰ ਮਨੁੱਖ ਤੋਂ ਦੇਵਤਾ ਕਰ ਦਿੱਤਾ, ਜਿਹਨੇ ਮਨੁੱਖ ਤੋਂ ਦੇਵਤਾ ਕਰ ਦਿੱਤਾ, ਐਸੇ ਸਤਿਗੁਰੂ ਤੋਂ ਮੈਂ ਸਦਕੇ। ਭੱਟ ਸਾਹਿਬਾਨ ਨੇ ਗੁਰੂ ਸਾਹਿਬ ਦੀ ਉਸਤਤ ਵਿੱਚ ਕੁਝ ਸਵਈਏ ਕਹੇ ਨੇ। ਉਹਨਾਂ ਸਵਈਆਂ ਵਿੱਚ ਉਹਨਾਂ ਨੇ ਗੁਰੂ ਸਾਹਿਬ ਦੇ ਸੰਬੰਧ ਵਿੱਚ ਇਹ ਗੱਲ ਕਹੀ ਕਿ ਗੁਰੂ ਦੀ ਸ਼ਰਨ ਵਿੱਚ ਆ ਕੇ ਸਾਡਾ ਜੀਵਨ ਕਿਵੇਂ ਬਦਲਿਆ। ਭੱਟ ਸਾਹਿਬਾਨ ਕਹਿੰਦੇ ਨੇ ਕਿ ਜਿਵੇਂ ਕੱਚ ਦੀ ਕੋਈ ਬਹੁਤੀ ਕੀਮਤ ਨਹੀਂ ਹੈ, ਕੱਚ ਦੀ ਕੀ ਵੈਲਿਊ ਹੈ, ਕੁਝ ਖਾਸ ਨਹੀਂ, ਕੁਝ ਬਹੁਤੀ ਮਹੱਤਤਾ ਨਹੀਂ ਰੱਖਦਾ ਕੱਚ, ਪਰ ਕੰਚਨ ਸੋਨਾ ਉਹਦੀ ਬੜੀ ਮਹੱਤਤਾ ਹੈ। ਪੱਥਰ ਦੀ ਕੀ ਅਹਿਮੀਅਤ ਹੈ, ਕੁਝ ਖਾਸ ਨਹੀਂ ਹੈ, ਐਵੇਂ ਪਿਆ ਹੋਇਆ ਗਲੀਆਂ ਵਿੱਚ, ਐਵੇਂ ਇੱਧਰ ਉੱਧਰ ਪਹਾੜਾਂ ਵਿੱਚ ਸੜਕਾਂ ਤੇ, ਅਸੀਂ ਕੀ ਸਮਝਦੇ ਹਾਂ ਉਸ ਨੂੰ, ਕੁਝ ਖਾਸ ਨਹੀਂ। ਪਰ ਜੇ ਹੀਰਾ ਹੋਵੇ, ਹੀਰਾ ਐਵੇਂ ਸੜਕਾਂ ਤੇ ਨਹੀਂ ਪਿਆ ਮਿਲਦਾ, ਕਿਉਂ? ਕਿਉਂਕਿ ਹੀਰੇ ਦੀ ਕੀਮਤ ਹੈ, ਹੀਰਾ ਕੁਝ ਖਾਸ ਹੈ। ਜੇ ਹੀਰਾ ਹੈ ਉਹ ਵੀ ਇੱਕ ਤਰ੍ਹਾਂ ਦਾ ਪੱਥਰ ਹੀ, ਪਰ ਉਹ ਵੱਖਰਾ ਹੈ। ਕੁਝ ਪੱਥਰ ਹਜ਼ਾਰਾਂ ਪਏ ਹੋਏ ਨੇ ਸੜਕਾਂ ਤੇ ਗਲੀਆਂ ਵਿੱਚ ਇੱਧਰ ਉੱਧਰ, ਪਰ ਉਹਨਾਂ ਦੀ ਕੋਈ ਵੈਲਿਊ ਨਹੀਂ। ਲੋਕ ਪੈਰਾਂ ਹੇਠ ਲਤਾੜ ਕੇ ਲੰਘ ਜਾਂਦੇ ਨੇ ਉਹਨਾਂ ਨੂੰ, ਪਰ ਹੀਰੇ ਨੂੰ ਲੋਕ ਚੁੱਕ ਲੈਂਦੇ ਨੇ, ਉਹਨੂੰ ਸਾਂਭ ਲੈਂਦੇ ਨੇ। ਹੀਰਿਆਂ ਨੂੰ ਸਿਰ ਤੇ ਰੱਖਣ ਵਾਲੇ ਤਾਜ ਵਿੱਚ ਜੜ ਲਿਆ ਜਾਂਦਾ ਹੈ, ਉਹਨਾਂ ਨੂੰ ਸਜਾ ਲਿਆ ਜਾਂਦਾ ਹੈ ਸਿਰ ਵਿੱਚ। ਸਤਿਗੁਰੂ ਕਹਿੰਦੇ ਇਸ ਨੂੰ ਜਾਣ ਲਵੋ, ਇਸ ਨੂੰ ਸਮਝੋ। ਭੱਟ ਸਾਹਿਬਾਨ ਨੇ ਕਿਹਾ, ਉਹ ਕਹਿੰਦੇ ਇੱਕ ਲੱਕੜ ਹੈ ਆਮ ਲੱਕੜ, ਤੇ ਇੱਕ ਲੱਕੜ ਹੈ ਚੰਦਨ। ਚੰਦਨ ਦੀ ਬੜੀ ਇੰਪੋਰਟੈਂਸ ਹੈ, ਪਰ ਦੂਸਰੀ ਲੱਕੜ ਕੋਈ ਖਾਸ ਨਹੀਂ। ਦੂਸਰੀ ਲੱਕੜ ਉਹ ਸਿਰਫ ਆਮ ਲੱਕੜ ਹੈ, ਉਹਦੇ ਨਾਲ ਦਰਵਾਜ਼ੇ ਖਿੜਕੀਆਂ ਤਿਆਰ ਹੋ ਜਾਣਗੇ, ਹੋਰ ਚੀਜ਼ਾਂ ਲਈ ਵਰਤੀ ਜਾਏਗੀ। ਪਰ ਚੰਦਨ ਉਹ ਤਾਂ ਆਪਣੇ ਆਪ ਦੇ ਵਿੱਚ ਹੀ ਰਸ ਨਾਲ ਭਰੀ ਹੈ, ਖੁਸ਼ਬੂ ਨਾਲ ਭਰੀ ਹੈ, ਉਹਦੀ ਬੜੀ ਕੀਮਤ ਹੈ। ਸਤਿਗੁਰੂ ਕਹਿੰਦੇ ਗੁਰੂ ਨੇ ਐਸਾ ਮੇਰੇ ਤੇ ਬਖਸ਼ਿਸ਼, ਐਸੀ ਰਹਿਮਤ ਕੀਤੀ, ਐਸਾ ਮਹਿਰਾਮਤ ਭਰਿਆ ਹੱਥ ਮੇਰੇ ਸਿਰ ਤੇ ਰੱਖਿਆ ਕਿ ਮੈਂ ਕੱਚ ਵਰਗਾ ਸੀ, ਗੁਰੂ ਨੇ ਮੈਨੂੰ ਕੰਚਨ ਕਰ ਦਿੱਤਾ, ਸੋਨਾ ਕਰ ਦਿੱਤਾ। ਕੱਚੋਂ ਕੰਚਨ ਪਇਓ, ਸ਼ਬਦ ਗੁਰੂ ਸਰਵਣੈ ਸੁਣਿਓ। ਮੈਂ ਕੱਚ ਵਰਗਾ ਸਾਂ, ਜਦੋਂ ਗੁਰੂ ਦਾ ਸ਼ਬਦ ਮੇਰੇ ਕੰਨਾਂ ਵਿੱਚ ਸੁਣਾਈ ਦਿੱਤਾ ਤਾਂ ਮੈਂ ਸੋਨੇ ਜੈਸਾ ਹੋ ਗਿਆ, ਕੀਮਤੀ। ਕੱਚੋਂ ਕੰਚਨ ਪਇਓ, ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਬਿਖ ਜ਼ਹਿਰ, ਜ਼ਹਿਰ ਸੀ ਮੇਰੇ ਅੰਦਰ ਭਰੀ, ਮੈਂ ਜ਼ਹਿਰ ਵਰਗਾ ਸੀ, ਕੌੜਾ, ਕੌੜਾ ਬੋਲਣ ਵਾਲਾ,
कोरा बोलन वाला, मूँह फट। सतगुरु कहते ऐसी बिरती सी। भट्ट साहिबान कहते बिख ते अमृत होयो, मैं जहर तो अमृत वर्गा हो गया। बिख ते अमृत होयो, नाम सतगुर मुख भणियो। जदों गुरु ने वाहिगुरू दा नाम बख्शिया तो मैं उस नाम नूं अपनी जुबान तो, अपने मुख तो भणिया, मतलब बोलिया, मैं अमृत वर्गा हो गया। इसलिए गुरु दे शब्द राही, गुरु दे नाम राही असी अमृतमई हो जाते हाँ। अमृतमई। बिख ते अमृत होयो, नाम सतगुर मुख भणियो। लोहा होयो लाल। लोहा, लोहा की अहमियत रखता है? कुछ बहुत ही नहीं, पर लोहा कीमती लाल हो गया गुरु चरना नाल जुड़ के। लोहा होयो लाल, नदर सतगुर जद धारै, पाहण माणक करे। पाहण मतलब पत्थर। पत्थर नूं गुरु ने माणक, कीमती माणक, कीमती मोती कर दिता, हीरा कर दिता। पाहण माणक करे, ज्ञान गुर कहो विचारे। जदों गुरु दे कहे होए ज्ञान नूं विचारिया, जानिया, जदों गुरु दा ज्ञान साडा ज्ञान हो गया। ख्याल रखना कि गुरु साहब दा उचारण किया होया कोई भी शब्द या एक भी पंक्ति जिस दिन साडे अनुभव दा हिस्सा हो जाती है, जिस दिन साडे अनुभव दा हिस्सा हो गई, गुरु दी उचारण की कोई भी पंक्ति, उस दिन वो ज्ञान साडा आप दा हो जाता है। हाले गुरु दा ज्ञान है। हाले सिर्फ सानू ये पता है कि गुरु साहब कहते हैं कि जेड़े बंदे ने गुरु की सिक्ख्या सुनी, उहदी मत दे विच जो रतन जवाहर ने वो प्रगट हो जाते। हाले सिर्फ असीं सुनिया, पढ़िया, पर इनू अनुभव नहीं किया। हाले सतगुरु कहते मत विच रतन जवाहर माणक, कि बंदे दे अंदर ही रतन जवाहर माणक ने। असी सिर्फ हजे तक पढ़िया ते सुनिया है, इसनू अनुभव करके नहीं जानिया। जिस दिन असी जान लेंदे हां कि हाँ सचमुच जिहड़ी गल भट्ट साहिबान इत्थे कह रहे ने कि पाहण माणक करे, कच्चों कंचन होयो, जिहड़ी गल इत्थे वो समझा रहे ने, ये वाली कि साडा जीवन किवें कीमती हो जाता है गुरु नाल जुड़ के। असीं कख तो लख किवें हो जाते हैं। कौडियां दी साडी कीमत सी, पर गुरु नाल जुड़ के असीं लखां दे हो गए। इसलिए सतगुरु समझाउंदे, सतगुरु कहंदे पाहण माणक करे, ज्ञान गुर कहो विचारै। लोहा होयो लाल, नदर सतगुर जद धारै। पाहण माणक करे, ज्ञान गुर कहो विचारै। काठों श्रीखंड सतगुर कीओ। काठ लकड़, आम लकड़, श्रीखंड चंदन। काठों श्रीखंड सतगुर कीओ, दुख दरिद्र तिनके गए। सतगुरु कहंदे सतगुर चरण जिन परसिया, जिन्हां ने गुरु दे चरनां नूं परसिया, उन्हां दे दुख दरिद्र दूर हो गए। ते पश प्रेत सुर नर पए। सतगुरु कहंदे वो पशु बिरती तो, वो प्रेत बिरती तो उपर उठ के देवते हो गए। सुर नर पए, वो देवते हो गए, वो मनुख हो गए। इसलिए गुरु नाल जुड़ के असीं देवतियां वर्गे हो जाते हैं, जिन्हों सतगुरु कहंदे मानस ते देवते की है। गुरु ने मनुख तो सानू देवता कर दिता। इसलिए मैं गुरु तो बलिहार जाना। बलिहारी गुर अपने सद सद बल जाओ, गुरु विटों हों वारिया, जिस मिल सच सुआओ। मैं गुरु तो बलिहार जाना वा, जिस नाल मिल के सच सुआओ। मेरा उस सच तक पहुँचण दा जिहड़ा सुआओ सी, मनोरथ, वो पूरा हो गया। मेरा इक्को एक स्वार्थ उस वाहिगुरू दे चरनां विच लीन होना सी, ये गुरु नाल मिल के पूरा होया। गुरु नाल मिल के
लोग संसारी चीज़ां वास्ते स्वार्थी हुंदे ने। स्वार्थी मतलब अपने मतलब नाल जुड़े हुए। गुरमुख भगत वो सिर्फ एक चीज़ वास्ते स्वार्थी है, वो परमात्मा वास्ते। इसलिए वो वाहिगुरू वास्ते सब कुछ कुर्बान कर दिंदा है, सब कुछ जो कुछ भी उहदे कोल है वो सारा कुछ दां ते ला दिंदा है। वो अपने आप की भी परवाह नहीं करता। जे अपना आप भी उसनूं खत्म करना पै जाए तो वो तां भी पिछे नहीं हटता। आप पढ़ते ना कबीर साहब का बचन, कबीर साहब कहते हाँ वारी मुख फेर प्यारे, करवट दे मुको काहे को मारे। कि हे सच्चे पातशाह किरपा कर, मेरे वाल मुख कर, मैनू करवट दे के मारना, मेरे वालों मुख फेर के मैनू मारना। करवट भला न करवट तेरी, लाग गले सुन बिनती मेरी। हाँ वारी मुख फेर प्यारे, करवट दे मुको काहे को मारे। जो तन चीरै अंग ना मोरो, जे तू मैनू चीर भी देवे, मैनू दोफाड़ भी कर देवे आरे नाल, मेरे तन दे दो टुकड़े कर देवे, तां भी मैं अपने तन नू हिलावांगा तक नहीं। अंग ना मोरो, मैं अपना हथ पैर अपना अंग पैर हिलावांगा नहीं। सतगुरु कहते पिंड परै तो प्रीत ना तोड़ो। ये शरीर खत्म भी हो जावे तां भी मैं प्रीत नहीं तोड़दा, तां भी तेरे नालों सांझ नहीं टुटण दिंदा। सतगुरु कहते तुम्हें सो कंत नार हम सोई, हम तुम बीच भयो नहीं कोई। मेरे ते तेरे विच कोई नहीं है, साडे ते उस वाहिगुरू दे विच कोई नहीं है सिवाय साडी हौमै तो। कोई बंदा, कोई इस्त्री, कोई साडा धी पुत, कोई भी वो साडे ते परमात्मा दे विचकार कदे नहीं आ सकदा। जे कोई आउंदा है साडे ते उस वाहिगुरू दे विचकार तां वो मोह है, वो साडी हौमै है, साडा हंकार है, साडा क्रोध है। चीज़ां नहीं कदे आउंदियां। कोई शरीरक तौर ते ਉਹਦੇ ਤੇ ਸਾਡੇ ਵਿਚਕਾਰ नहीं आता। हुण असीं इत्थे बैठे हाँ, इत्थे साडे परिवार का किहड़ा मैंबर है जिहड़ा साडा ਉਹਦੇ नाल संबंध जुड़ नहीं दिंदा। घर कह सकते हैं कि हाँ पत्नी ने बच्चे ने, पर इत्थे कौन है? इत्थे कोई भी नहीं है। पर इत्थे की हो रहा है? इत्थे साडा मन उन्हां नूं विच ले आया, साडा मन उन्होंने विच घड़ीस के ले आया। बैठे असीं गुरु दे दर कथा कीर्तन सुनते हैं, पर साडे मन विच अपने धीआं पुत्तां दा ख्याल आ रहा। पुत्तर बैठा कनेडा अमरीका, ਉਹਦੇ बारे सोची जाने, ਉਹਦੇ विचार आई जाते हैं मन विच। सुन कीर्तन बैठे हैं पर गल्लां मन विच चल रही अपने पुत्तर दियां, अपनी धी दियां जो कनेडा पढ़न वास्ते गया होया, अमरीका गया होया। इसलिए सरीरक तौर पर कदे भी कोई साडे राह विच रुकावट नहीं बनता, कदे भी। साडा घर बार वो कदे भी साडे राह विच रुकावट नहीं आउंदा। कोई भी संसार दी वस्तु, संसार निरंकार दे राह विच रुकावट नहीं बनता जे साडे मन अंदर उहदा मोह ना होवे। मोह रुकावट बनता है, वासना रुकावट बनती है, काम रुकावट बनता है, रूप कदे भी रुकावट नहीं बनता। रूप दे वल नूं जिहड़ा आकर्षण है वो रुकावट बनता है। पैसा रुकावट नहीं बनता, पैसे दे संबंध विच जो साडे मन विच लोभ है वो रुकावट बनता है। जदों वो मिट जाता है तो सतगुरु कहते फिर हम तुम बीच भयो नहीं कोई, तुम्हें सो कंत नार हम सोई। तू मेरा कंत, मैं तेरी नार।
कहत कबीर सुनो रे लोई अब तुमरी प्रतीत ना होई। कबीर साहब कहते हुण मैनू इस दुनिया के मोह उत्ते, हुण इस संसार के मोह उत्ते कोई प्रतीत नहीं। हुण मैं संसार दीयां गल्लां विच नहीं आउंदा, हुण मैं माया दीयां गल्लां विच नहीं आउंदा, हुण भरोसा नहीं, हुण प्रतीत नहीं। इस करके सतगुरु कहते हुण ये मेरा सुआओ पूरा हो गया, गुरु नाल मिल के मैं सब कुछ गुरु दे लई कुर्बान कर दूंगा। भगत अपने वाहिगुरु नूं प्राप्त करन लई जां उहदे लई सब कुछ अपना दात ते ला दिंदा है, सब कुछ। वो नतीजे की परवाह नहीं करता कि नतीजा मेरे हक विच आएगा जां विरोध विच। ਜਿਹੜੇ लोग नतीजिਆਂ की परवाह करते हैं उन्हां दे जीवन दे विच कदे तरक्की कदे सुख नहीं आउंदा। इसलिए बहुत सारे लोग साडे समाज विच वो इक्को ही थां बैठे रहंदे ने सारी सारी जिंदगी, अगे नहीं वध पाते। क्यों? क्योंकि वो नतीजिਆਂ तो डरते रहंदे ने। नतीजिਆਂ तो जिन्ने इस दुनिया विच सफल आदमी ने, चाहे वो धार्मिक होण चाहे वो संसारिक होण, उन्होंने नतीजिਆਂ की कदे परवाह नहीं की। भगत परवाह नहीं करता कि बचांगा या मौत आवेगी, वो परवाह नहीं करता। बड़ा सक्सैसफुल बिजनेसमैन वो नतीजे की परवाह नहीं करता। उन्हें नतीजे की परवाह नहीं की तां ही वो बड़ा हो सकिया, तां ही वो सक्सैस हो सकिया, सफल हो सकिया। क्योंकि उन्हें फिक्र नहीं की कि घाटा पेगा कि लाभ होवेगा। जदों असी नतीजे तो घबरा जाते हैं, डर जाते हैं, तो फिर असी अगे नहीं वध पाते कदे। इसलिए सतगुरु समझाते, सतगुरु कहते गुरु ने मेरे ते रहमत की ते मेरा ये सुआओ पूरा होया। गुरमिल सच सुआओ, गुरु नाल मिल के मेरा सुआओ उस वाहिगुरु नूं मिलण दा पूरा हो गया। सूख सहज आनंद घना हर कीर्तन गाओ। जदों मैं उस वाहिगुरु दा कीर्तन करन लग्या, मैं उहदा जस उहदी सिफत सलाह करी, तदों सुख सहज आनंद घना। तदों सुख मिलिया, सहज मिलिया, आनंद मिलिया, घना बहुत घना, बड़ा घना आनंद हासिल होया, बड़ा आनंद मिलता है। ऐसा आनंद जिहदा एक बारी चस्का लग गया ना, फिर उहदे तो बिना रह नहीं सकोगे। हाले सानू उस आनंद दा ना, उस आनंद दी कोई झलक नहीं मिली, हाले मिली नहीं। जिस दिन मिल गई तो फिर हालत उस अमली वर्गी हो जानी जिन्हों कोई अमल लग गया। ਉਹਦੀ हालत अमल तो बिना, नशे तो बिना मरिया वर्गी हो जाती। वो किमें तड़फदा है, उन्होंने किमें तोट लगती है। ऐसा सतगुरु कहते ना कि भगत तड़फदा है वाहिगुरू बिना, क्योंकि हाले वो मिलिया नहीं, ਉਹਦੇ ਵਿੱਚ वो मिलना चाहता है। वो बस जरा जरा जिहा उन्होंने मिलण दा किते किते एहसास होया, किते किते उन्होंने आनंद मिलिया, इसलिए वो तड़फदा फिरदा है कि वो मिल जाए दोबारा, उहदे नाल सांझ पै जाए। इसलिए सतगुरु कहते उहदे कीर्तन का आनंद, उहदी कथा का आनंद, उहदी सिफत सलाह का आनंद बड़ा घना, बड़ा गहरा। सूख सहज आनंद घना हर कीर्तन गाओ, ग्रह निवारे सतगुरु दे अपना नाम। गुरु ने मेरे ग्रह निवार दिते। दुनिया कहती है ना कि जी ग्रह आ फलाना ग्रह हावी है, आ शनि ग्रह हावी है, फलाना ग्रह। सतगुरु कहते गुरु ने ग्रह ही निवार दिते। ग्रह लोग ग्रहां दे चक्कर विच पए हुए ने कि जी तुहाडे ग्रह नहीं ठीक है।
ਆ ਸ਼ਨੀ ਗ੍ਰਹਿ ਫਲਾਣੇ ਘਰ ਵਿੱਚ ਆ ਗਿਆ। ਆ ਪੰਡਤ ਜੋਤਸ਼ੀ ਅਕਸਰ ਲੋਕਾਂ ਨੂੰ ਇਹ ਦੱਸਦੇ ਫਿਰਦੇ ਨੇ। ਸਵੇਰੇ ਸਵੇਰੇ ਤੁਸੀਂ TV ਔਨ ਕਰੋ ਆਪਣਾ, ਤਾਂ ਲਗਭਗ ਸਾਰੇ ਚੈਨਲਾਂ ਦੇ ਉੱਤੇ ਆ ਗ੍ਰਹਿ ਨਛੱਤਰਾਂ ਦੇ ਬਾਰੇ ਦੱਸਣ ਵਾਲੇ ਬੈਠੇ ਹੁੰਦੇ ਨੇ ਸਵੇਰੇ ਸਵੇਰੇ ਰੋਜ਼। ਨਿਊਜ਼ ਚੈਨਲਾਂ ਦੇ ਉੱਤੇ ਵੀ ਅੱਜ ਰਾਸ਼ੀਆਂ ਦੱਸਣ ਵਾਲੇ ਤੁਰੇ ਫਿਰਦੇ ਹੁੰਦੇ ਨੇ ਸਵੇਰੇ ਸਵੇਰੇ। ਸਭ ਚੈਨਲ, ਚਾਹੇ ਕੋਈ ਸੀਰੀਅਲ ਡੇਲੀ ਸੋਪ ਵਾਲਾ ਹੋਵੇ, ਚਾਹੇ ਕੋਈ ਨਿਊਜ਼ ਵਾਲਾ ਹੋਵੇ, ਸਭ ਇਹੀ ਕੁਝ ਦਿਖਾ ਰਹੇ ਨੇ ਸਵੇਰੇ ਸਵੇਰੇ ਸੁਬਾਹ ਸੁਬਾਹ। ਗ੍ਰਹਿ ਨਛੱਤਰਾਂ ਦੀ ਜਾਣਕਾਰੀ ਦੇ ਰਹੇ ਨੇ ਕਿ ਅੱਜ ਫਲਾਣੇ ਬੰਦੇ ਦੇ ਗ੍ਰਹਿ ਨਛੱਤਰ ਸਹੀ ਨੇ, ਅੱਜ ਫਲਾਣੇ ਬੰਦੇ ਦੇ ਗ੍ਰਹਿ ਨਛੱਤਰ ਠੀਕ ਨਹੀਂ, ਉਹਦੇ ਉੱਤੇ ਅੱਜ ਆਹ ਗ੍ਰਹਿ ਹਾਵੀ ਹੋ ਸਕਦਾ, ਆਹ ਹੋ ਸਕਦਾ। ਲੋਕ ਇਹਨਾਂ ਚੀਜ਼ਾਂ ਵਿੱਚ ਹੀ ਉਲਝੇ ਰਹਿੰਦੇ ਨੇ। ਖਿਆਲ ਰੱਖਣਾ ਕਿ ਕਈ ਸਾਲਾਂ ਤੋਂ ਲੋਕ ਇਹਨਾਂ ਰਾਸ਼ੀ ਫਲਾਂ ਗ੍ਰਹਿਆਂ ਦੇ ਚੱਕਰ ਵਿੱਚ ਉਲਝੇ ਹੋਏ। ਰੋਜ਼ ਲੋਕ ਆਪਣੇ ਘਰ ਤੋਂ ਰਾਸ਼ੀ ਦੇਖ ਕੇ ਪਹਿਲਾਂ ਫਿਰ ਆਪਣੇ ਕੰਮ 'ਤੇ ਨਿਕਲਦੇ ਨੇ। ਐਸੇ ਹਜ਼ਾਰਾਂ ਲੱਖਾਂ ਲੋਕ ਨੇ ਜਿਹੜੇ ਰਾਸ਼ੀ ਫਲ ਦੇਖ ਕੇ, ਅਖਬਾਰ ਪੜ੍ਹ ਕੇ, ਅਖਬਾਰ 'ਚ ਅੱਜ ਦੀ ਮੇਰੀ ਰਾਸ਼ੀ ਕੀ ਕਹਿੰਦੀ ਹੈ, ਪਰ ਫਿਰ ਵੀ ਜੀਵਨ ਦੇ ਵਿੱਚ ਕੋਈ ਸਫਲਤਾ ਨਹੀਂ ਮਿਲੀ, ਕਿਉਂਕਿ ਉਹ ਉਲਝੇ ਨੇ ਇਹਨਾਂ ਚੀਜ਼ਾਂ ਵਿੱਚ। ਉਹ ਇਹਨਾਂ ਵਿੱਚ ਹੀ ਫਸ ਕੇ ਰਹਿ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਾਡਾ ਖਹਿੜਾ ਛਡਾਇਆ ਸੀ ਸ਼ਨੀ ਗ੍ਰਹਿ ਤੋਂ, ਆ ਸ਼ਨੀ ਦੇਵਤੇ ਤੋਂ। ਸ਼ਨੀਵਾਰ ਨੂੰ ਬਾਵਾ ਉਹਦੀ ਚਰਚਾ ਹੁੰਦੀ ਹੈ। ਉਹਨੂੰ ਚੜਾਇਆ ਜਾਂਦਾ ਸਰੋਂ ਦਾ ਤੇਲ, ਚਨੇ ਦੀ ਦਾਲ, ਕਾਲੇ ਚਨੇ ਜਾਂ ਮਾਂ ਦੀ ਦਾਲ। ਇਹ ਉਸ ਦੇਵਤੇ ਨੂੰ ਖੁਸ਼ ਕਰਨ ਵਾਸਤੇ ਹੈ, ਜਾਂ ਲੋਹਾ ਦਾਨ ਕੀਤਾ ਜਾਂਦਾ ਹੈ। ਇਹਨਾਂ ਚੀਜ਼ਾਂ ਨਾਲ ਉਹ ਟਲ ਜਾਂਦਾ ਹੈ। ਲੋਕ ਕਹਿੰਦੇ ਨੇ ਜੀ ਸ਼ਨੀ ਗ੍ਰਹਿ ਹਾਵੀ ਹੋ ਗਿਆ ਤਾਂ ਫਿਰ ਮਾਂ ਦੀ ਦਾਲ ਦਾਨ ਕਰੋ, ਚਨੇ ਦਾਨ ਕਰ ਆਵੋ, ਲੋਹਾ ਦਾਨ ਕਰੋ, ਸਰੋਂ ਦਾ ਤੇਲ ਦਾਨ ਕਰੋ ਤੇ ਤੁਹਾਡਾ ਕੰਮ ਹੋ ਗਿਆ ਬਸ। ਪਰ ਹੁੰਦਾ ਕੁਛ ਨਹੀਂ ਹੈ। ਇਹਨਾਂ ਚੀਜ਼ਾਂ ਨਾਲ ਕਦੇ ਕਿਸੇ ਦਾ ਭਲਾ ਨਹੀਂ ਹੋਇਆ। ਗੁਰੂ ਨੇ ਸਾਡਾ ਖਹਿੜਾ ਛੁਡਾ ਦਿੱਤਾ। ਇੱਕ ਪੰਡਤ ਆਇਆ ਸੀ ਗੁਰੂ ਸਾਹਿਬ ਦੇ ਕੋਲ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਅਨੰਦਪੁਰ ਸਾਹਿਬ। ਸਤਿਗੁਰੂ ਨੇ ਉਹਦਾ ਜ਼ਿਕਰ ਵੀ ਕੀਤਾ ਹੈ। ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਇਹਦੇ 2-4 ਸ਼ਬਦ ਇਕੱਠੇ ਹੀ ਨੇ। ਇਹ ਸਵਈਏ, ਇਹ ਸ਼ਬਦ ਉਸ ਪੰਡਤ ਨੂੰ ਹੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੈਂ ਇਹਨਾਂ ਸਿੱਖਾਂ ਦੀ ਵਜ੍ਹਾ ਕਰਕੇ ਹੀ ਹਾਂ, ਇਸ ਲਈ ਦਾਨ ਦਿਓ ਇਨਹੀ ਕੋ ਭਲੋ, ਕਿ ਇਹਨਾਂ ਨੂੰ ਦਾਨ ਦੇਣਾ ਚੰਗਾ, ਤੈਨੂੰ ਮੈਂ ਦਾਨ ਨਹੀਂ ਦਿੰਦਾ। ਉਹ ਆਇਆ ਸੀ, ਕਹਿੰਦਾ ਸੀ ਤੁਹਾਡਾ ਆਉਣ ਵਾਲਾ ਸਮਾਂ ਬੜਾ ਭੈੜਾ ਹੈ, ਸ਼ਨੀ ਗ੍ਰਹਿ ਦਾ ਬੜਾ ਪ੍ਰਕੋਪ ਹੈ ਤੁਹਾਡੇ ਤੇ, ਤੁਹਾਨੂੰ ਬਹੁਤ ਸਾਰਾ ਤੇਲ ਦਾਨ ਕਰਨਾ ਪਵੇਗਾ, ਤੁਹਾਨੂੰ ਦਾਲ ਦਾਨ ਕਰਨੀ ਪਵੇਗੀ, ਤੁਹਾਨੂੰ ਲੋਹਾ ਦਾਨ ਕਰਨਾ ਪਵੇਗਾ। ਗੁਰੂ ਸਾਹਿਬ ਨੇ ਕਿਹਾ ਜਿੰਨਾ ਮਰਜ਼ੀ ਲੈ ਜਾਵੋ। ਉਸਨੇ ਕਿਹਾ ਇਹ ਕਰੋ, ਮੈਂ ਫਿਰ ਉਪਾਅ ਕਰਾਂਗਾ। ਇਹ ਉਪਾਅ ਉਹਨੇ ਦੱਸਿਆ, ਗੁਰੂ ਸਾਹਿਬ ਨੇ ਦੇ ਦਿੱਤਾ ਕਿ ਭਾਈ ਲੈ ਜਾ। ਉਹਨੂੰ ਦਾਲ ਦੇ ਦਿੱਤੀ, ਗਧੇ ਦੇ ਉੱਤੇ ਲੱਦ ਕੇ ਲੋਹਾ, ਦਾਲਾਂ, ਤੇਲ, ਉਹ ਤੁਰ ਪਿਆ। ਹਜੇ ਕੇਸਗੜ੍ਹ ਸਾਹਿਬ ਤੋਂ ਇੱਧਰ ਨੂੰ ਉੱਤਰ ਹੀ ਰਿਹਾ ਸੀ, ਜਿੱਥੇ ਹੁਣ ਕੇਸਗੜ੍ਹ ਸਾਹਿਬ ਬਣਿਆ ਹੋਇਆ, ਉੱਥੋਂ ਵਾਪਸ ਆ ਹੀ ਰਿਹਾ ਸੀ ਤਾਂ ਸਿੱਖਾਂ ਨੇ ਰੋਕ ਲਿਆ। ਉਹਨਾਂ ਨੇ ਪੁੱਛਿਆ ਕਿ ਪੰਡਤ ਜੀ ਕਿੱਧਰ ਨੂੰ? ਉਹ ਕਹਿੰਦਾ ਮੈਂ ਤੁਹਾਡੇ ਗੁਰੂ ਦਾ ਗ੍ਰਹਿ ਨਿਵਾਰ ਕੇ ਆਇਆ। ਹੁਣ ਇਹ ਗੱਲ ਬਰਦਾਸ਼ਤ ਤੋਂ ਪਰੇ ਸੀ, ਉਹਨਾਂ ਨੇ ਰੋਕ ਲਿਆ। ਆਖਿਆ ਪੰਡਤ ਜੀ ਕਿ ਤੁਸੀਂ ਜਿੱਦਾਂ ਮਰਜ਼ੀ ਆਓ, ਆਪਣੇ ਪਰਿਵਾਰ ਸਮੇਤ ਆਓ, ਆਪਣੇ ਰਿਸ਼ਤੇਦਾਰਾਂ ਸਮੇਤ ਆਓ, ਭਾਵੇਂ ਗੁਰੂ ਦੇ ਘਰ ਹੀ ਆ ਕੇ ਡੇਰਾ ਪਾ ਲਓ, ਜਿੰਨਾ ਮਰਜ਼ੀ ਲੰਗਰ ਪ੍ਰਸ਼ਾਦਾ ਛਕੋ, ਕੋਈ ਪਰਵਾਹ ਨਹੀਂ, ਕਿਉਂਕਿ ਗੁਰੂ ਦੇ ਦਰ ਬੜਾ ਕੁਛ ਹੈ। ਪਰ ਆਹ ਜਿਹੜੀ ਚੀਜ਼ ਲੈ ਕੇ ਚੱਲੇ ਨਾ ਤੁਸੀਂ, ਇਹ ਤੁਹਾਨੂੰ ਲਿਜਾਣ ਨਹੀਂ ਦਿੰਦੇ, ਅਸੀਂ ਇਹ ਨਹੀਂ ਲਿਜਾਣ ਦਿੰਦੇ। ਉਹਨਾਂ ਨੇ ਉਹਦੇ ਕੋਲੋਂ ਦਾਲ ਵੀ ਲੈ ਲਈ, ਤੇਲ ਵੀ ਲੈ ਲਿਆ, ਲੋਹਾ ਵੀ ਲੈ ਲਿਆ। ਅਨੰਦਪੁਰ ਸਾਹਿਬ ਦੇ ਵਿੱਚ ਕਿਲ੍ਹਾ ਲੋਹਗੜ੍ਹ ਹੈ, ਜੇ ਹੁਣ ਗਏ ਤਾਂ ਜਾ ਕੇ ਉਹਦੇ ਦਰਸ਼ਨ ਕਰਕੇ ਆਇਓ। ਹੁਣ ਤਾਂ ਸਿਰਫ ਇੱਕ ਗੁਰਦੁਆਰਾ ਹੀ ਹੈ, ਪਰ ਲੋਹਗੜ੍ਹ ਕਿਲ੍ਹਾ ਸੀ, ਉੱਥੇ ਹਥਿਆਰ ਤਿਆਰ ਹੁੰਦੇ ਸਨ। ਉੱਥੇ ਜਿੰਨੇ ਵੀ ਸ਼ਸਤਰ ਤਿਆਰ ਹੁੰਦੇ ਸਨ, ਲੋਹਗੜ੍ਹ ਕਿਲ੍ਹੇ ਵਿੱਚ ਤਿਆਰ ਹੁੰਦੇ ਸਨ। ਜਿਹੜੀ ਭਾਈ ਬਚਿੱਤਰ ਸਿੰਘ ਦੀ ਨਾਗਣੀ ਹੈ, ਉਹ ਉੱਥੇ ਹੀ ਤਿਆਰ ਹੋਈ ਹੈ।
ਬਹੁਤ ਸਾਰੇ ਹਥਿਆਰ ਉੱਥੇ ਗੁਰੂ ਸਾਹਿਬ ਦੇ ਤਿਆਰ ਹੁੰਦੇ ਸਨ। ਉਸ ਲੋਹਗੜ੍ਹ ਦੇ ਵਿੱਚ ਸਿੱਖਾਂ ਨੇ ਉਸ ਲੋਹੇ ਨੂੰ ਲਿਜਾ ਕੇ ਉਹਨੂੰ ਢਾਲ ਕੇ ਉਹਦੇ ਬਣਾਏ ਲੋਹੇ ਦੇ ਕੜੇ, ਤੇ ਉਸ ਦਾਲ ਨੂੰ ਪੀ ਕੇ ਉਸੇ ਤੇਲ ਦੇ ਵਿੱਚ ਉਹਦੇ ਬਣਾਏ ਗਏ ਪਕੌੜੇ, ਚਨੇ ਜਿਹੜੇ ਸਨ ਉਹਨਾਂ ਨੂੰ ਵੀ ਪੀ ਲਿਆ ਗਿਆ ਤੇ ਪਕੌੜੇ ਬਣਾ ਕੇ ਸੰਗਤਾਂ ਨੂੰ ਛਕਾਏ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਲੰਗਰ ਵਿੱਚ ਦੇਖਿਆ ਤੇ ਪੁੱਛਿਆ ਕਿ ਭਾਈ ਅੱਜ ਕੋਈ ਖਾਸ ਗੱਲ ਹੈ ਕਿ ਲੰਗਰ ਵਿੱਚ ਬੜੇ ਪਕੌੜੇ ਬਣਾ ਕੇ ਛਕਾਏ ਜਾ ਰਹੇ ਨੇ? ਤਾਂ ਸਿੱਖਾਂ ਆਖਿਆ ਕਿ ਸੱਚੇ ਪਾਤਸ਼ਾਹ ਇਹ ਉਹੀ ਪਕੌੜੇ ਨੇ, ਇਹ ਉਹੀ ਤੇਲ ਹੈ, ਉਹੀ ਚਨੇ ਨੇ ਜਿਹੜੇ ਤੁਸੀਂ ਬਾਹਮਣ ਨੂੰ ਦਾਨ ਕੀਤੇ। ਸਾਨੂੰ ਤੁਸੀਂ ਕਿਹਾ ਕਿ ਇਹਨਾਂ ਗ੍ਰਹਿਾਂ ਨਛੱਤਰਾਂ ਦੇ ਚੱਕਰ ਵਿੱਚ ਨਹੀਂ ਪੈਣਾ, ਬਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੂ ਨਾ ਹੈ। ਸਾਨੂੰ ਤਾਂ ਤੁਸੀਂ ਇਹ ਪਾਠ ਪੜਾਇਆ ਤੇ ਤੁਸੀਂ ਆਹ ਕੀ ਕਰਿਆ? ਸਤਿਗੁਰੂ ਨੇ ਕਿਹਾ ਕਿ ਜਿਸ ਚੀਜ਼ ਦਾ ਤੁਹਾਨੂੰ ਪਾਠ ਪੜਾਇਆ ਗਿਆ, ਜਿਹਦੇ ਤੋਂ ਤੁਹਾਡਾ ਖਹਿੜਾ ਛੁਡਾ ਦਿੱਤਾ ਗਿਆ, ਇਹ ਸਿਰਫ ਇਹੀ ਦੇਖਣ ਲਈ ਸੀ ਕਿ ਤੁਸੀਂ ਛੱਡ ਦਿੱਤਾ ਕਿ ਹਾਲੇ ਵੀ ਪਕੜੀ ਬੈਠੇ ਹੋ, ਕਿ ਹਾਲੇ ਵੀ ਪੰਡਤ ਦਾ ਹੱਥ ਫੜਿਆ ਹੋਇਆ ਹੀ ਹੈ ਜਾਂ ਪੰਡਤ ਨੇ ਤੁਹਾਡਾ ਹੱਥ ਫੜਿਆ ਹੋਇਆ ਹੀ ਹੈ। ਸਤਿਗੁਰੂ ਨੇ ਕਿਹਾ ਕਿ ਇਹ ਤੁਸੀਂ ਜੋ ਤਨਖਾਹ ਲਾਓਗੇ ਮੈਨੂੰ ਮਨਜ਼ੂਰ। ਤਾਂ ਫਿਰ 5 ਸਿੱਖਾਂ ਨੇ ਗੁਰੂ ਸਾਹਿਬ ਨੂੰ ਤਨਖਾਹ ਲਾਈ। ਤਨਖਾਹ ਇਹ ਲਾਈ ਗਈ ਕਿ ਤੁਸੀਂ ਇੰਨੇ ਪੈਸਿਆਂ ਦੀ ਜਿਹੜੀ ਦੇਗ ਹੈ ਉਹ ਸੰਗਤ ਦੇ ਵਾਸਤੇ ਕਰਾਓਗੇ। ਤਾਂ ਗੁਰੂ ਸਾਹਿਬ ਨੇ ਉਹਨੂੰ ਪ੍ਰਵਾਨ ਕੀਤਾ। ਇਸ ਲਈ ਗੁਰੂ ਨੇ ਸਾਡਾ ਖਹਿੜਾ ਛੁਡਾ ਦਿੱਤਾ ਪੰਡਤਾਂ ਦੇ ਕੋਲੋਂ, ਇਹਨਾਂ ਗ੍ਰਹਿ ਨਛੱਤਰਾਂ ਦੇ ਕੋਲੋਂ। ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਮ, ਗੁਰੂ ਨੇ ਗ੍ਰਹਿ ਨਿਵਾਰ ਦਿੱਤੇ ਆਪਣਾ ਨਾਮ ਦੇ ਕੇ, ਵਾਹਿਗੁਰੂ ਦਾ ਨਾਮ ਬਖਸ਼ ਕੇ। ਬਲਿਹਾਰੀ ਗੁਰ ਆਪਣੇ ਸਦ ਸਦ ਬਲ ਜਾਓ, ਗੁਰੂ ਬਿਟੋਂ ਹਉ ਵਾਰਿਆ ਜਿਸ ਮਿਲ ਸੱਚ ਸੁਆਓ। ਮੈਂ ਗੁਰੂ ਤੋਂ ਬਲਿਹਾਰ ਜਾਵਾਂ ਜਿਹਦੇ ਨਾਲ ਮਿਲ ਕੇ ਮੇਰਾ ਉਸ ਸੱਚ ਨੂੰ ਮਿਲਣ ਦਾ ਸਵਾਰਥ ਪੂਰਾ ਹੋ ਗਿਆ, ਮਨੋਰਥ ਪੂਰਾ ਹੋਇਆ। ਰਹਾਓ ਸ਼ਗੁਨ ਅਪਸ਼ਗੁਨ ਤਿਸ ਕੋ ਲੱਗੈ ਜਿਸ ਚੀਤ ਨਾ ਆਵੈ। ਸਤਿਗੁਰੂ ਕਹਿੰਦੇ ਸ਼ਗਨ ਅਪਸ਼ਗਨ ਉਸ ਬੰਦੇ ਨੂੰ ਲੱਗਦੇ ਨੇ ਜਿਹਨੂੰ ਰੱਬ ਚੇਤੇ ਨਹੀਂ ਆਉਂਦਾ। ਬੜੇ ਲੋਕ ਵਹਿਮੀ ਨੇ, ਸ਼ਗਨਾਂ ਅਪਸ਼ਗਨਾਂ ਵਿੱਚ ਫਸੇ ਹੋਏ। ਅੱਜ ਵੀ 21ਵੀਂ ਸਦੀ ਵਿੱਚ ਰਹਿਣ ਵਾਲੇ ਲੋਕ, ਪੜ੍ਹੇ ਲਿਖੇ, ਕੋਈ ਅਨਪੜ੍ਹ ਬੰਦਾ ਹੋਵੇ ਤਾਂ ਗੱਲ ਸਮਝ ਵੀ ਆਉਂਦੀ ਹੈ ਕਿ ਹਾਂ ਜੀ ਬੰਦਾ ਅਨਪੜ੍ਹ ਹੈ, ਇਸ ਨੂੰ ਨਹੀਂ ਪਤਾ, ਇਹ ਤਾਂ ਕਰਕੇ ਸ਼ਗਨਾਂ ਅਪਸ਼ਗਨਾਂ ਵਿੱਚ ਅੰਧ ਵਿਸ਼ਵਾਸਾਂ ਵਿੱਚ ਪਿਆ ਹੋਇਆ। ਉਹਨੂੰ ਇਗਨੋਰ ਕੀਤਾ ਜਾ ਸਕਦਾ ਹੈ, ਉਹਨੂੰ ਮਾਫ ਕੀਤਾ ਜਾ ਸਕਦਾ ਕਿਉਂਕਿ ਪਤਾ ਨਹੀਂ ਵਿਚਾਰੇ ਨੂੰ। ਪਰ ਜਦੋਂ ਪੜ੍ਹੇ ਲਿਖੇ ਲੋਕ, ਬੜੇ ਬੜੇ ਵਿਦਵਾਨ, ਵੱਡੀਆਂ ਵੱਡੀਆਂ ਡਿਗਰੀਆਂ ਲਈਆਂ, ਇੱਥੋਂ ਤੱਕ ਕਿ ਡਾਕਟਰ ਵੀ ਸਾਡੇ ਦੇਸ਼ ਦੇ, ਉਹ ਵੀ ਇਹਨਾਂ ਸ਼ਗਨਾਂ ਅਪਸ਼ਗਨਾਂ ਦੇ ਵਿੱਚ ਯਕੀਨ ਰੱਖਦੇ ਨੇ, ਤਾਂ ਫਿਰ ਬਾਕੀ ਆਮ ਬੰਦੇ ਦਾ, ਅਨਪੜ੍ਹ ਦਾ ਤਾਂ ਵਿਚਾਰੇ ਦਾ ਕੀ ਕਸੂਰ ਹੋਣਾ? ਜਦੋਂ ਇਸ ਤਰ੍ਹਾਂ ਪੜ੍ਹੇ ਲਿਖੇ ਲੋਕ ਹੀ ਅੱਜ ਵੀ ਇਹਨਾਂ ਕੰਮਾਂ ਦੇ ਵਿੱਚ, ਵਹਿਮਾਂ ਭਰਮਾਂ ਵਿੱਚ ਫਸੇ ਹੋਏ ਨੇ। ਸਤਿਗੁਰੂ ਕਹਿੰਦੇ ਸ਼ਗਨ ਅਪਸ਼ਗਨ ਕਿਹਨੂੰ ਲੱਗਦੇ? ਸ਼ਗਨ ਅਪਸ਼ਗਨ ਉਹਨੂੰ ਲੱਗਦੇ ਜਿਸ ਬੰਦੇ ਨੂੰ ਰੱਬ ਚੇਤੇ ਨਹੀਂ ਆਉਂਦਾ। ਗੁਰੂ ਅਰਜਨ ਦੇਵ ਮਹਾਰਾਜ ਦੇ ਵੇਲੇ ਗੁਰੂ ਸਾਹਿਬ ਦੇ ਦਰ ਇੱਕ ਪੰਡਤ ਆਇਆ। ਉਹ ਕਹਿੰਦਾ ਜੀ ਮੈਂ ਬੜੀ ਪਿਆਰੀ ਕਥਾ ਕਰਦਾ ਤੇ ਮੈਂ ਚਾਹੁੰਦਾ ਕਿ ਮੈਂ ਤੁਹਾਡੇ ਸਿੱਖਾਂ ਨੂੰ ਕਥਾ ਕਰਕੇ ਸੁਣਾਵਾਂ। ਗੁਰੂ ਸਾਹਿਬ ਕਹਿੰਦੇ ਸੁਣਾਓ ਭਾਈ, ਸਾਡੇ ਸਿੱਖਾਂ ਨੂੰ ਵੀ ਪਤਾ ਲੱਗੇ ਕਿ ਹਿੰਦੂ ਧਰਮ ਗ੍ਰੰਥਾਂ ਵਿੱਚ ਕੀ ਕੀ ਲਿਖਿਆ ਹੋਇਆ। ਉਹਨੇ ਕਥਾ ਕਰਨੀ ਸ਼ੁਰੂ ਕਰ ਦਿੱਤੀ। ਉਹਦੇ ਕੋਲ ਜਿਹੜੀਆਂ 1-2 ਪੋਥੀਆਂ ਸੀ ਉਹ ਮੁੱਕ ਗਈਆਂ। ਮਹੀਨੇ ਕੁ ਦੇ ਵਿੱਚ ਉਹਨੇ ਉਹਨਾਂ ਦੀ ਸਾਰੀ ਕਥਾ ਕਰ ਦਿੱਤੀ। ਤੇ ਗੁਰੂ ਸਾਹਿਬ ਨੂੰ ਨੇ ਆਖਿਆ ਕਿ ਭਾਈ ਬਸ। ਉਹ ਕਹਿੰਦਾ ਜੀ ਮੇਰੇ ਕੋਲ ਗ੍ਰੰਥ ਤਾਂ ਹੋਰ ਵੀ ਹੈਗੇ ਨੇ ਪਰ ਘਰ ਪਏ ਨੇ, ਲਿਆਉਣੇ ਪੈਣੇ ਨੇ ਘਰੋਂ ਜਾ ਕੇ। ਸਤਿਗੁਰੂ ਕਹਿੰਦੇ ਫਿਰ ਜਾਓ, ਮੰਗਵਾਓ, ਲੈ ਕੇ ਆਓ। ਉਹਨੇ ਕਿਹਾ ਜੀ ਠੀਕ ਹੈ, ਕੱਲ੍ਹ ਹੀ ਚੱਲਦੇ ਹਾਂ। ਉਹਨੇ ਆਪਣੇ ਪੁੱਤਰ ਨੂੰ ਤਿਆਰ ਕੀਤਾ ਕਿ ਤੂੰ ਘਰ ਜਾ ਤੇ ਘਰੋਂ ਆਪਣੇ ਸਾਰੇ ਗ੍ਰੰਥ ਚੁੱਕ ਲਿਆ। ਉਹਦਾ ਪੁੱਤਰ ਸਵੇਰੇ ਪਹਿਲਾਂ ਮਹੂਰਤ ਦੇਖਿਆ ਉਹਨੇ ਕਿ ਸਵੇਰੇ 9:00 ਤੇ ਸਵੇਰ ਦੇ ਪਹਿਲੇ ਪਹਿਰ ਤੇ ਥੋੜ੍ਹੀਆਂ ਘੜੀਆਂ ਗੁਜ਼ਰੀਆਂ, ਇੰਨੇ ਵਜੇ ਜਾਣ ਦਾ ਸ਼ੁਭ ਮਹੂਰਤ ਹੈ, ਇੰਨੇ ਵਜੇ ਨਿਕਲਾਂਗੇ। ਉਹਨਾਂ ਨੇ ਸਾਰਾ ਮਹੂਰਤ ਦੇਖ ਲਿਆ। ਮਹੂਰਤ ਦੇਖ ਕੇ ਤੁਰਨ ਲੱਗਾ, ਤੁਰ ਪਿਆ। ਰਾਹ ਦਾ ਖਰਚ ਵੀ ਲੈ ਲਿਆ ਗੁਰੂ ਸਾਹਿਬ ਦੇ ਕੋਲੋਂ। ਤੇ ਹਾਲੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਰਾਹ ਦੇ ਵਿੱਚ ਇੱਕ ਗਧਾ ਹਿਣਕ ਪਿਆ।
कोई गधा राह विच मिल पिया ते वो हिणक पिया, गधे दे हिणकदियां ही सुन के वापस मुड़ आया। गुरु साहब नूं आके कहंदा कि सच्चे पातशाह जी अपशगन हो गया, इस करके मैनूं वापस मुड़ना पिया। सतगुरु कहंदे की होया? कहंदा जी एक गधा हिणक पिया सी ते असीं ये मनदे हां कि गधे दा हिणकना चंगा नहीं हुंदा, काम पूरा नहीं हुंदा, इस करके मैं वापस मुड़ आया। गुरु साहब ने कहा कि भाई एक तां तुसीं पूजा पाठ कीता, फिर मूर्त भी कढ़िया, मूर्त कढ़ के सही समा देख के पूजा पाठ करके अपने देवतिਆਂ ਨੂੰ ਧਿਆ के फिर तुसीं तुरे ते 2 कदम तुरे ते राह दे विच कोई तुहाडे मुताबक कोई अपशगन हो गया ते वापस मुड़ आए। ना तुहानूं अपने देवतिਆਂ ते यकीन, ना तुहानूं पूजा पाठ ते यकीन, तुहानूं एक गधे दे हिणकण ते ज़्यादा यकीन है। इसलिए ਇਹਦਾ मतलब ਇਹ ਹੋਇਆ कि गधा तुहाडे इष्ट नालों तुहाडे धार्मिक कर्मां नालों ज़्यादा अहमियत रखदा है, ਉਹਦੀ अहमियत ज़्यादा हो गई। कोई बिल्ली लंघ गई, बिल्ली की अहमियत ज़्यादा हो गई, तुहाडे पूजा पाठ की काहदी अहमियत हुई? सतगुरु कहंदे शगन अपशगन उस बंदे नूं लगदे ने जिन्हों रब चेते नहीं हुंदा। शगन अपशगन तिस को लगे जिस चीत ना आवे, तिस जम नेड़ ना आवे जो हर प्रभ भावै। सतगुरु कहंदे जेड़ा वाहिगुरू नूं सिमरदा है, वाहिगुरू नूं भा जांदा है, उहदे लग तां जम नहीं आउंदा। आ शगन अपशगन उहदा की विगाड़नगे? उहदा तां जम भी कुछ नहीं विगाड़दा, मौत भी उहदे तो डरदी है, ते शगन अपशगन आ ये चीज़ां ये तो कुछ भी नहीं, ये कुछ नहीं कर सकदियां उहदा। सतगुरु का वचन है, सतगुरु कहते राम नाम जो जन जपै अन दिन सद जागै, तंत मंत ना जो है तित चाक ना लागै। जिहड़ा रब का नाम जपदा है, तंत्र मंत्र जादू टूणे का उहदे ते कोई असर नहीं हुंदा। असीं लोग डरदे हां जादू टूणिਆਂ तो कि जादू टूणा कीता होया किसी ने, आ चौंक विच कोई टूणा कर दिंदे ने, कई बारी चौंक टूणा किया गया हुंदा है। सतगुरु कहंदे जिहड़ा रब का नाम जपदा है उहनूं जादू टूणिਆਂ का कोई असर नहीं हुंदा, अते उहदे उहनूं बुरी नज़र, चाक का मतलब ना बुरी नज़र, उहनूं बुरी नज़र भी नहीं लगती। इसलिए सतगुरु कहंदे तिस जम नेड़ ना आवी जो हर प्रभ भावै, पुण्य दान जप तप जेते। जिन्ने भी पुण्य दान ने जप तप ने सब उपर नाम, सब तो उपर वाहिगुरू का नाम है। हर हर रसना जो जपै तिस पूरन काम। जिहड़ा वाहिगुरू का नाम अपनी रसना नाल जपदा है, उहदे सारे कारज पूरन हो जाते हैं, उहदे सब कारज संपूर्ण हो जाते हैं। भै बिना बिनसे भ्रम मोह गए को दिसै ना भी आ। सतगुरु कहंदे जिहदे मन विच वाहिगुरू वस गया, उहदे मन दे सारे डर, उहदे भरम सब माया दे मोह बिनस गए। भै बिनसे भरम मोह गए को दिसे ना भी आ। उहनूं वाहिगुरू तो बिना होर कुछ दिसदा ही नहीं, उहनूं सब थाई परमेश्वर दिसदा है। नानक राखे पार ब्रह्म फिर दुख न थिया। जिन्हां नूं वाहिगुरू आप हथ दे के रख लवे, उहनां नूं दुख नहीं व्यापदा, उहनां नूं कोई दुख नहीं आउंदा। सतगुरु रहमत करे वो वाहिगुरू साडा सहाई होवे ते जिहड़े ये शगन अपशगन दे होर वहमां भरमां दे चक्कर ने, गुरु इन्हां तो मुक्त करे। होईआं भुल्लां लई खिमा। सतगुरु जी अते आप सरबत संगत बख्शण जोग भुल्लां ना चितारदे होए आखो जी वाहिगुरू जी का खालसा वाहिगुरू जी की फतेह।